ਕੈਨੇਡਾ ਦੇ 10 ਸੂਬਿਆਂ ਦੇ ਪ੍ਰੀਮੀਅਰਸ ਦੇ ਨਾਲ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਫੋਨ ਤੇ ਕੀਤੀ ਗੱਲਬਾਤ। ਦੱਸਾਂਗੇ ਉਹਨਾਂ ਦੇ ਵੱਲੋਂ ਕਿਹੜੀ ਗੱਲ ਤੇ ਮੁੱਖ ਚਰਚਾ ਕੀਤੀ ਗਈ। ਕੈਨੇਡਾ ਵਾਸੀਆਂ ਦੇ ਲਈ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਅੱਜ ਕੀ ਕਿਹਾ, ਉਹ ਤੁਹਾਨੂੰ ਸੁਣਾਵਾਂਗੇ। ਕੈਨੇਡਾ ਫੂਡ ਇੰਸਪੈਕਸ਼ਨ ਏਜੰਸੀ ਨੇ ਹੁਣ ਕਿਹੜੇ ਭੋਜਨ ਦੇ ਲਈ ਸੈਲਮੋਨੇਲਾ ਵਾਇਰਸ ਦੇ ਲਈ ਖਤਰਾ ਦੱਸਦੇ ਹੋਏ ਚੇਤਾਵਨੀ ਜਾਰੀ ਕੀਤੀ ਹੈ, ਇਸ ਦੇ ਬਾਰੇ ਦੱਸਾਂਗੇ। ਟੋਰਾਂਟੋ ਵਿੱਚ ਹੋਇਆ ਸੀ ਇਸ ਧਨਾੜ ਜੋੜੇ ਦਾ ਕਤਲ, ਤਾਂ ਪੁਲਿਸ ਨੇ ਜਾਂਚ ਦੇ ਲਈ ਇੱਕ ਸ਼ੱਕੀ ਵਿਅਕਤੀ ਦੀ ਵੀਡੀਓ ਜਾਰੀ ਕਰਕੇ ਸਹਿਯੋਗ ਮੰਗਿਆ। ਬ੍ਰਿਟਿਸ਼ ਕੋਲੰਬੀਆ ਦੇ ਵਿੱਚ ਇਸ ਸਮੇਂ ਕੋਵਿਡ-19 ਦੇ ਮੌਜੂਦਾ ਹਾਲਾਤ ਦੇ ਬਾਰੇ ਅੱਜ ਅਧਿਕਾਰੀਆਂ ਨੇ ਕੀ ਜਾਣਕਾਰੀ ਦਿੱਤੀ ਹੈ, ਇਸ ਦੇ ਬਾਰੇ ਦੱਸਾਂਗੇ। ਸਭ ਤੋਂ ਪਹਿਲਾਂ ਤੁਹਾਨੂੰ ਰਿਪੋਰਟ ਵਿੱਚ ਦੱਸਾਂਗੇ ਕਿ ਕਿਹੜੇ ਵਿਸ਼ੇ ਦੇ ਉੱਤੇ 10 ਸੂਬਿਆਂ ਦੇ ਮੁੱਖ ਮੰਤਰੀਆਂ ਦੇ ਨਾਲ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਫੋਨ ਤੇ ਗੱਲਬਾਤ ਕੀਤੀ, ਜਿਸ ਦੇ ਬਾਰੇ ਪ੍ਰਧਾਨ ਮੰਤਰੀ ਦਫ਼ਤਰ ਤੋਂ ਜਾਣਕਾਰੀ ਦਿੱਤੀ ਗਈ ਹੈ। ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਵੱਖੋ-ਵੱਖਰੇ ਸੂਬਿਆਂ ਦੇ ਪ੍ਰੀਮੀਅਰਸ ਯਾਨੀ ਕਿ ਮੁੱਖ ਮੰਤਰੀਆਂ ਦੇ ਨਾਲ ਗੱਲਬਾਤ ਕੀਤੀ ਹੈ। ਮੰਗਲਵਾਰ ਨੂੰ ਇਹ ਗੱਲਬਾਤ ਹੋਈ, ਜਿਸ ਦੇ ਬਾਰੇ ਪ੍ਰਧਾਨ ਮੰਤਰੀ ਦਫ਼ਤਰ ਤੋਂ ਜਾਣਕਾਰੀ ਵੀ ਸਾਂਝੀ ਕੀਤੀ ਗਈ ਹੈ, ਜਿਸ ਦੇ ਵਿੱਚ ਦੱਸਿਆ ਗਿਆ ਕਿ ਜਸਟਿਨ ਟਰੂਡੋ ਨੇ ਫੋਨ ਦੇ ਰਾਹੀਂ ਪ੍ਰੀਮੀਅਰਸ ਦੇ ਨਾਲ ਓਮਿਕਰੋਨ ਵੇਰੀਐਂਟ ਦੇ ਬਾਰੇ ਗੱਲਬਾਤ ਕੀਤੀ ਹੈ। ਵੱਖੋ-ਵੱਖਰੇ ਸੂਬਿਆਂ ਵਿੱਚ ਇਸ ਸਮੇਂ ਕੋਵਿਡ-19 ਦੇ ਓਮਿਕਰੋਨ ਵੇਰੀਐਂਟ ਦੇ ਕਾਫੀ ਗਿਣਤੀ 'ਚ ਮਾਮਲੇ ਸਾਹਮਣੇ ਆਉਣ ਲੱਗੇ ਨੇ, ਜਿਸ ਤੋਂ ਬਾਅਦ ਕੈਨੇਡਾ ਸਰਕਾਰ ਵੱਲੋਂ ਕਿਹਾ ਜਾ ਰਿਹਾ ਹੈ ਕਿ ਉਹ ਇਸ ਨੂੰ ਕਾਫੀ ਗੰਭੀਰਤਾ ਨਾਲ ਲੈ ਰਹੇ ਨੇ, ਜਿਸ ਦੇ ਬਾਰੇ ਅੱਜ ਸਵੇਰੇ ਹੀ ਡਿਪਟੀ ਪ੍ਰਾਈਮ ਮਿਨਿਸਟਰ ਕ੍ਰਿਸਟੀਆ ਫਰੀਲੈਂਡ ਦੇ ਵੱਲੋਂ ਵੀ ਬਿਆਨ ਜਾਰੀ ਕੀਤਾ ਗਿਆ, ਜਿਸ ਦੇ ਵਿੱਚ ਉਹਨਾਂ ਨੇ ਕਿਹਾ ਕਿ ਜਿੰਨੀ ਛੇਤੀ ਹੋ ਸਕਦਾ ਹੈ ਇਸ ਦੇ ਉੱਤੇ ਬਣਦੇ ਕਦਮ ਉਹ ਚੁੱਕ ਰਹੇ ਨੇ, ਪਰ ਇਹ ਨਹੀਂ ਦੱਸਿਆ ਗਿਆ ਕਿ ਕਿਹੜੇ ਕਦਮ ਚੁੱਕ ਰਹੇ ਨੇ। ਇਸ ਦੇ ਨਾਲ ਹੀ ਕੈਨੇਡਾ ਦੇ ਵੱਲੋਂ ਪਹਿਲਾਂ ਹੀ ਐਲਾਨ ਕਰ ਦਿੱਤਾ ਗਿਆ ਸੀ ਕਿ ਦੱਖਣੀ ਅਫਰੀਕਾ ਦੇ ਜੋ 10 ਦੇਸ਼ ਨੇ ਉੱਥੇ ਤੋਂ ਯਾਤਰੀ ਕੈਨੇਡਾ ਦੇ ਵਿੱਚ ਨਹੀਂ ਆ ਸਕਦੇ। ਸਿਰਫ ਕੁਝ ਸਮੇਂ ਵਾਸਤੇ ਕੈਨੇਡਾ ਵਾਸੀਆਂ ਨੂੰ ਇਜਾਜ਼ਤ ਦਿੱਤੀ ਗਈ ਹੈ ਵਾਪਸ ਆਉਣ ਦੀ, ਤਾਂ ਕਿ ਉਹ ਆਪਣੇ ਘਰਾਂ ਨੂੰ ਮੁੜ ਸਕਣ। ਇਸ ਦੌਰਾਨ ਸਿਹਤ ਅਧਿਕਾਰੀਆਂ ਦਾ ਦਾਅਵਾ ਹੈ ਕਿ ਓਮਿਕਰੋਨ ਵੇਰੀਐਂਟ ਡੈਲਟਾ ਵੇਰੀਐਂਟ ਨਾਲੋਂ ਜ਼ਿਆਦਾ ਤੇਜ਼ੀ ਦੇ ਨਾਲ ਫੈਲਦਾ ਹੈ, ਜਿਸ ਕਰਕੇ ਉਹਨਾਂ ਦੇ ਵੱਲੋਂ ਚਿੰਤਾ ਦਾ ਪ੍ਰਗਟਾਵਾ ਕੀਤਾ ਜਾ ਰਿਹਾ ਹੈ। ਨਵੰਬਰ ਮਹੀਨੇ ਓਮਿਕਰੋਨ ਵੇਰੀਐਂਟ ਦੇ ਬਾਰੇ ਪਤਾ ਲੱਗਿਆ ਸੀ, ਜਿਸ ਤੋਂ ਬਾਅਦ ਹੁਣ ਤੱਕ ਕਈ ਸੂਬਿਆਂ ਤੋਂ ਇਸ ਦੇ ਮਾਮਲੇ ਸਾਹਮਣੇ ਆ ਚੁੱਕੇ ਨੇ, ਜਿਸ ਤੋਂ ਬਾਅਦ ਕਈ ਸੂਬਿਆਂ ਦੇ ਅਧਿਕਾਰੀਆਂ ਨੇ ਇਹ ਵੀ ਐਲਾਨ ਕਰ ਦਿੱਤਾ ਹੈ ਕਿ ਮੁੜ ਤੋਂ ਹਦਾਇਤਾਂ ਵਿੱਚ ਸਖਤੀ ਉਹਨਾਂ ਦੇ ਵੱਲੋਂ ਕੀਤੀ ਜਾ ਰਹੀ ਹੈ, ਪਰ ਫਿਲਹਾਲ ਕੋਈ ਵੀ ਠੋਸ ਕਦਮ ਨਹੀਂ ਚੁੱਕਿਆ ਗਿਆ, ਜਿਸ ਦੇ ਬਾਰੇ ਐਲਾਨ ਹੋਣਾ ਹਜੇ ਬਾਕੀ ਹੈ। ਇਸ ਦੇ ਨਾਲ ਹੀ ਅੱਗੇ ਤੁਹਾਨੂੰ ਜਾਣਕਾਰੀ ਦੇਵਾਂਗੇ, ਜਿਵੇਂ ਕਿ ਵਿੱਤ ਮੰਤਰੀ ਕ੍ਰਿਸਟੀਆ ਫਰੀਲੈਂਡ ਨੇ ਪਾਰਲੀਮੈਂਟ ਦੇ ਵਿੱਚ ਅੱਜ ਇਕਨੋਮਿਕ ਤੇ ਫਿਸਕਲ ਅਪਡੇਟ ਜਾਰੀ ਕੀਤੀ ਹੈ। ਦਰਅਸਲ ਵਿੱਤੀ ਵਰ੍ਹੇ ਦੇ ਵਾਸਤੇ ਇਹ ਅਪਡੇਟ ਜਾਰੀ ਕੀਤੀ ਗਈ ਹੈ, ਜਿਸ ਤੋਂ ਬਾਅਦ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕਿਹਾ ਕਿ ਜੋ ਕਿ ਆਰਥਿਕਤਾ ਨੂੰ ਉਭਾਰਨ ਦੇ ਵਾਸਤੇ ਕਦਮ ਚੁੱਕੇ ਜਾ ਰਹੇ ਨੇ, ਉਹ ਉਸੇ ਤਰ੍ਹਾਂ ਚੱਲਦੇ ਰਹਿਣ। ਇਸ ਦੇ ਵਾਸਤੇ ਜ਼ਰੂਰੀ ਹੈ ਕਿ ਕੋਵਿਡ-19 ਦੀ ਮਹਾਮਾਰੀ ਨੂੰ ਖਤਮ ਕੀਤਾ ਜਾ ਸਕੇ, ਜਿਸ ਦੇ ਵਿੱਚ ਕੈਨੇਡਾ ਵਾਸੀਆਂ ਨੂੰ ਪ੍ਰਧਾਨ ਮੰਤਰੀ ਨੇ ਕਿਹਾ ਕਿ ਜਿਨ੍ਹਾਂ ਨੇ ਵੀ ਕੋਵਿਡ-19 ਦੇ ਟੀਕੇ ਨਹੀਂ ਲਗਵਾਏ ਹੋਏ ਉਹ ਲਗਵਾ ਲੈਣ। Hey everyone, the Deputy Prime Minister today presented our economic and fiscal update to outline all the ways our government continues to have your backs. Whether it's tackling the rising cost of living, focusing on supporting families and moving forward on childcare, or ending COVID for good, we are totally focused on building a better present and future for you. The number one thing we can do to help support the economy and have it rebound quickly, though, is ending COVID for good. And that means you need to keep getting vaccinated, whether you're 5 or 105. You need to go and get another vaccine dose, whether it's your first dose, your second dose, or your third dose. Getting vaccinated, staying safe, following public health guidelines is how we're going to get through the coming months. So hang in there, stay strong. We'll get through this together. ਅੱਗੇ ਤੁਹਾਨੂੰ ਜਾਣਕਾਰੀ ਦੇਵਾਂਗੇ ਜੋ ਕੈਨੇਡੀਅਨ ਫੂਡ ਇੰਸਪੈਕਸ਼ਨ ਏਜੰਸੀ ਨੇ ਚੇਤਾਵਨੀ ਜਾਰੀ ਕੀਤੀ ਹੈ ਇੱਕ ਸਲਾਦ ਦੀ ਪੈਕਿੰਗ ਨੂੰ ਲੈ ਕੇ, ਜਿਸ ਨੂੰ ਖਾਣ ਦੇ ਨਾਲ ਸੈਲਮੋਨੇਲਾ ਵਾਇਰਸ ਹੋ ਸਕਦਾ ਹੈ। ਕੈਨੇਡੀਅਨ ਫੂਡ ਇੰਸਪੈਕਸ਼ਨ ਏਜੰਸੀ ਨੇ ਚੇਤਾਵਨੀ ਦਿੱਤੀ ਹੈ, ਜਿਸ ਤੋਂ ਬਾਅਦ ਟੇਲਰ ਫਾਰਮਸ ਬ੍ਰਾਂਡ ਮੇਪਲ ਬਰਬਨ ਚੌਪਡ ਕਿਟ ਨੂੰ ਵਾਪਸ ਮੰਗਵਾਇਆ ਗਿਆ। ਮਾਰਕੀਟ ਦੇ ਵਿੱਚੋਂ ਸੈਲਮੋਨੇਲਾ ਵਾਇਰਸ ਦਾ ਖਤਰਾ ਹੋ ਸਕਦਾ ਹੈ, ਜਿਸ ਤੋਂ ਬਾਅਦ ਇਹ ਕੱਟਿਆ ਹੋਇਆ ਸਲਾਦ ਹੈ ਜਿਸ ਦੀ ਪੈਕਿੰਗ ਨੂੰ ਮਾਰਕੀਟ ਵਿੱਚੋਂ ਵਾਪਸ ਮੰਗਵਾਇਆ ਗਿਆ ਹੈ। ਜੇਕਰ ਤੁਸੀਂ ਵੀ ਚੌਪ ਕੀਤਾ ਹੋਇਆ ਯਾਨੀ ਕਿ ਕੱਟਿਆ ਹੋਇਆ ਸਲਾਦ ਇਸ ਬ੍ਰਾਂਡ ਦਾ ਲਿਆ ਏ ਤੇ ਇਹ ਪੈਕਿੰਗ ਲਈ ਹੈ, ਤਾਂ ਇਸ ਨੂੰ ਜਾਂ ਤਾਂ ਵਾਪਸ ਕਰ ਦੇਵੋ ਜਾਂ ਫਿਰ ਸੁੱਟ ਦੇਵੋ, ਕਿਉਂਕਿ ਇਸ ਨੂੰ ਖਾਣ ਦੇ ਨਾਲ ਬਿਮਾਰ ਹੋ ਸਕਦੇ ਹੋ। ਜਿਸ ਦੇ ਵਿੱਚ ਦੱਸਿਆ ਗਿਆ ਕਿ ਬ੍ਰਾਂਡ ਟੇਲਰ ਫਾਰਮਸ ਦੇ ਅਧੀਨ ਪ੍ਰੋਡਕਟ ਹੈ ਮੇਪਲ ਬਰਬਨ ਚੌਪਡ ਕਿਟ ਸੈਲਡ, ਉਹਦੇ ਉੱਤੇ ਲਿਖਿਆ ਹੋਇਆ ਹੈ, ਜਿਸ ਦੀ ਕਿ 315 ਗ੍ਰਾਮ ਦੀ ਪੈਕਿੰਗ ਹੈ, ਜਿਸ ਦੇ ਉੱਤੇ UPC 03022306038 ਹੈ।
ਜਿਸ ਦੇ ਉੱਤੇ ਬੈਸਟ ਬਿਫੋਰ 2021 ਦਸੰਬਰ 11 ਲਿਖਿਆ ਹੋਇਆ ਸੀ। ਤੇ ਇਸ ਦੇ ਬਾਰੇ ਜਾਣਕਾਰੀ ਦੱਸਦੇ ਹੋਏ ਕਿਹਾ ਗਿਆ ਕਿ ਟੇਲਰ ਫਰੈਸ਼ ਫੂਡਸ ਇਨਕੋਰਪੋਰੇਸ਼ਨ ਕੰਪਨੀ ਹੈ ਜਿਨ੍ਹਾਂ ਨੇ ਇਸ ਚੇਤਾਵਨੀ ਨੂੰ ਜਾਰੀ ਕੀਤਾ ਹੈ ਤੇ ਇਸ ਦੇ ਨਾਲ ਹੀ ਕੈਨੇਡੀਅਨ ਫੂਡ ਇੰਸਪੈਕਸ਼ਨ ਏਜੰਸੀ ਨੇ ਵੀ ਇਸ ਚੇਤਾਵਨੀ ਨੂੰ ਜਾਰੀ ਕੀਤਾ ਹੈ, ਜਿਸ ਦੇ ਬਾਰੇ ਦੱਸਿਆ ਗਿਆ ਹੈ ਕਿ ਸਲਾਦ ਦੀ ਇਹ ਪੈਕਿੰਗ ਬ੍ਰਿਟਿਸ਼ ਕੋਲੰਬੀਆ, ਐਲਬਰਟਾ, ਸਸਕੈਚੁਅਨ, ਮੈਨੀਟੋਬਾ ਤੇ ਓਨਟਾਰੀਓ ਤੇ ਨਾਲ ਹੀ ਹੋਰ ਸੂਬਿਆਂ ਦੇ ਵਿੱਚ ਵੀ ਗਈ ਹੋ ਸਕਦੀ ਹੈ ਜਿੱਥੇ ਕਿ ਇਸ ਪ੍ਰੋਡਕਟ ਨੂੰ ਵੇਚਿਆ ਗਿਆ ਹੈ। ਜੇਕਰ ਕੋਈ ਵੀ ਬਿਮਾਰ ਹੁੰਦਾ ਹੈ ਇਸ ਨੂੰ ਜਿਸਨੇ ਪਹਿਲਾਂ ਹੀ ਖਾ ਲਿਆ ਹੋਵੇ ਤਾਂ ਉਸ ਤੋਂ ਬਾਅਦ ਤੁਰੰਤ ਆਪਣੇ ਫੈਮਿਲੀ ਡਾਕਟਰ ਨਾਲ ਸੰਪਰਕ ਕੀਤਾ ਜਾਵੇ। ਅੱਗੇ ਜਾਣਕਾਰੀ ਟੋਰਾਂਟੋ ਦੇ ਇੱਕ ਜੋੜੇ ਦਾ ਸਾਲ 2017 ਵਿੱਚ ਦਸੰਬਰ ਮਹੀਨੇ ਕਤਲ ਹੋਇਆ ਸੀ। ਉਸ ਮਾਮਲੇ ਵਿੱਚ ਪੁਲਿਸ ਨੇ ਜਾਂਚ ਦੌਰਾਨ ਇੱਕ ਵੀਡੀਓ ਜਾਰੀ ਕੀਤੀ ਹੈ ਤੇ ਜਾਂਚ ਦੇ ਲਈ ਸਹਿਯੋਗ ਮੰਗਿਆ। ਟੋਰਾਂਟੋ ਦੇ ਵਿੱਚ ਬਿਲੀਅਨੇਅਰਸ ਬੈਰੀ ਤੇ ਹਨੀ ਸ਼ਰਮੈਨ ਦਾ ਜੋ ਕਤਲ ਦਾ ਮਾਮਲਾ ਸਾਹਮਣੇ ਆਇਆ ਸੀ ਦਸੰਬਰ 13, 2017 ਨੂੰ, ਉਸੇ ਸ਼ਾਮ ਦੀ ਇੱਕ ਵੀਡੀਓ ਪੁਲਿਸ ਨੇ ਜਾਰੀ ਕੀਤੀ ਹੈ ਜੋ ਕਿ ਸੀਸੀਟੀਵੀ ਕੈਮਰੇ ਦੀ ਵੀਡੀਓ ਹੈ, ਜਿਸ ਨੂੰ ਸਾਂਝੀ ਕਰਦੇ ਹੋਏ ਪੁਲਿਸ ਨੇ ਕਿਹਾ ਹੈ ਕਿ ਜੋ ਸ਼ੱਕੀ ਵਿਅਕਤੀ ਇਸ ਦੇ ਵਿੱਚ ਦਿਖਾਈ ਦੇ ਰਿਹਾ ਹੈ ਉਸ ਦੇ ਉੱਤੇ ਉਹਨਾਂ ਨੂੰ ਸ਼ੱਕ ਹੈ, ਜਿਸ ਦੇ ਵਿੱਚ ਪੁਲਿਸ ਨੇ ਕਿਹਾ ਕਿ ਉਹ ਕਾਫੀ ਅਣਜਾਣ ਵਿਅਕਤੀ ਲੱਗ ਰਿਹਾ ਹੈ ਤੇ ਸ਼ੱਕੀ ਹਰਕਤਾਂ ਉਸ ਦੇ ਵੱਲੋਂ ਕੀਤੀਆਂ ਜਾ ਰਹੀਆਂ ਨੇ, ਜਿਸ ਦੇ ਬਾਰੇ ਜੇਕਰ ਕਿਸੇ ਨੂੰ ਵੀ ਕੋਈ ਜਾਣਕਾਰੀ ਹੋਵੇ ਤਾਂ ਪੁਲਿਸ ਦੇ ਨਾਲ ਸਾਂਝੀ ਕੀਤੀ ਜਾ ਸਕਦੀ ਹੈ। ਦੋਵਾਂ ਦੀ ਨਾਰਥ ਯਾਰਕ ਦੇ ਵਿੱਚ ਜੋ ਪ੍ਰਾਪਰਟੀ ਹੈ ਉਸ ਦੇ ਬਾਹਰ ਇਸ ਵਿਅਕਤੀ ਨੂੰ ਉਸ ਦਿਨ ਦੇਖਿਆ ਗਿਆ, ਜਿਸ ਦੇ ਵਿੱਚ ਦਰਅਸਲ ਪਹਿਲਾਂ ਤਾਂ ਇਹ ਮੰਨਿਆ ਗਿਆ ਸੀ ਕਿ ਬੈਰੀ ਤੇ ਹਨੀ ਨੇ ਇੱਕ ਜਣੇ ਨੇ ਦੂਸਰੇ ਨੂੰ ਕਤਲ ਕਰਕੇ ਤੇ ਆਪ ਖੁਦਕੁਸ਼ੀ ਕਰ ਲਈ, ਪਰ ਉਸ ਤੋਂ ਬਾਅਦ ਜਦੋਂ ਜਾਂਚ ਕੀਤੀ ਗਈ ਤਾਂ ਪੁਲਿਸ ਨੂੰ ਪਤਾ ਲੱਗਿਆ ਕਿ ਦੋਵਾਂ ਦਾ ਕਤਲ ਹੋਇਆ ਸੀ। ਬੈਰੀ ਦੀ ਉਮਰ 75 ਸਾਲ ਸੀ ਤੇ ਹਨੀ ਦੀ 70 ਸਾਲ। ਦੋਵੇਂ ਨਾਰਥ ਯਾਰਕ ਦੇ ਆਪਣੇ ਘਰ ਦੇ ਡੈਕ ਦੇ ਉੱਤੇ ਮਿਲੇ ਸਨ, ਜਿਨ੍ਹਾਂ ਨੂੰ ਬੈਲਟ ਦੇ ਨਾਲ ਰੇਲਿੰਗ ਦੇ ਉੱਤੇ ਟੰਗਿਆ ਹੋਇਆ ਸੀ। ਪੁਲਿਸ ਦੇ ਵੱਲੋਂ ਇਸ ਕਤਲ ਦੀ ਗੁੱਥੀ ਨੂੰ ਸੁਲਝਾਉਣ ਦੇ ਵਾਸਤੇ ਹੁਣ ਤੱਕ ਜਾਂਚ ਕੀਤੀ ਜਾ ਰਹੀ ਹੈ, ਜਿਸ ਦੇ ਲਈ ਪੁਲਿਸ ਹਜੇ ਤੱਕ ਕਾਤਲਾਂ ਤੱਕ ਪਹੁੰਚ ਤਾਂ ਨਹੀਂ ਸਕੀ, ਪਰ ਇਸ ਮਾਮਲੇ ਦੀ ਜਾਂਚ ਦੌਰਾਨ ਇਸ ਸ਼ੱਕੀ ਵਿਅਕਤੀ ਦੇ ਬਾਰੇ ਜ਼ਰੂਰ ਜ਼ਿਕਰ ਕੀਤਾ ਗਿਆ ਹੈ। We have been able to eliminate the vast majority of people captured on the video. We are left with one individual whom we have been unable to identify. I'll ask that you take a look at the screen and observe this individual. Through our investigation, we have been unable to determine what this individual's purpose was in the neighborhood. The timing of this individual's appearance is in line with when we believe the murders took place. Based on this evidence, we're classifying this individual as a suspect. ਅੱਗੇ ਹੈ ਕਿ ਬਰੈਂਪਟਨ ਦੇ ਰਹਿਣ ਵਾਲੇ ਇੱਕ 32 ਸਾਲਾ ਵਿਅਕਤੀ ਦੇ ਉੱਤੇ ਮਾਮਲਾ ਦਰਜ ਹੋਇਆ ਹੈ ਤੇ ਉਸ ਦੀ ਅਦਾਲਤ ਵਿੱਚ ਪੇਸ਼ੀ ਅੱਗੇ ਹੋਣੀ ਹੈ। ਜੋ ਇਹ ਮਾਮਲਾ ਹੈ ਉਹ ਬਰੈਂਪਟਨ ਵਿੱਚ ਵੱਖੋ-ਵੱਖਰੀਆਂ ਥਾਵਾਂ ਦੇ ਉੱਤੇ ਨਸਲੀ ਟਿੱਪਣੀਆਂ ਲਿਖਣ ਤੇ ਨਾਲ ਹੀ ਕੁਝ ਅਜਿਹੀਆਂ ਤਸਵੀਰਾਂ ਬਣਾਉਣ ਨਾਲ ਸੰਬੰਧਿਤ ਹੈ, ਜਿਸ ਦੇ ਵਿੱਚ ਨਸਲੀ ਨਫ਼ਰਤ ਦੀ ਝਲਕ ਪੈਂਦੀ ਸੀ। ਬਰੈਂਪਟਨ ਦੇ ਵਿੱਚ ਨਸਲੀ ਟਿੱਪਣੀਆਂ ਕੀਤੇ ਜਾਣ ਦੇ ਮਾਮਲੇ ਸਾਹਮਣੇ ਆਏ, ਜਿਸ ਦੇ ਵਿੱਚ ਹੋਰ ਭਾਈਚਾਰਿਆਂ ਸਮੇਤ ਸਿੱਖ ਭਾਈਚਾਰੇ ਨੂੰ ਵੀ ਨਿਸ਼ਾਨਾ ਬਣਾਇਆ ਗਿਆ, ਜਿਸ ਦੇ ਵਿੱਚ ਖਾਲਸਾ ਦਾ ਵੀ ਜ਼ਿਕਰ ਕੀਤਾ ਗਿਆ ਤੇ ਕਈ ਟਿੱਪਣੀਆਂ ਲਿਖੀਆਂ ਗਈਆਂ ਵੱਖੋ-ਵੱਖਰੀਆਂ ਥਾਵਾਂ ਦੇ ਉੱਤੇ, ਜੋ ਕਿ ਬੱਸ ਸਟੈਂਡ, ਕਈ ਇਮਾਰਤਾਂ ਤੇ ਵਾਹਨਾਂ ਦੇ ਉੱਤੇ ਟਿੱਪਣੀਆਂ ਕੀਤੀਆਂ ਗਈਆਂ, ਜਿਸ ਦੇ ਵਿੱਚ ਕੁਝ ਅਜਿਹੀਆਂ ਤਸਵੀਰਾਂ ਵੀ ਬਣਾਈਆਂ ਗਈਆਂ ਜੋ ਕਿ ਨਸਲੀ ਨਫ਼ਰਤ ਨੂੰ ਦਰਸਾਉਂਦੀਆਂ ਨੇ। ਜਿਸ ਤੋਂ ਬਾਅਦ ਪੁਲਿਸ ਦੇ ਵੱਲੋਂ ਲਗਾਤਾਰ ਜਾਂਚ ਕੀਤੀ ਜਾ ਰਹੀ ਸੀ। ਪੀਲ ਪੁਲਿਸ ਨੇ ਦੱਸਿਆ ਕਿ ਅਪ੍ਰੈਲ 2021 ਤੋਂ ਲੈ ਕੇ ਦਸੰਬਰ 2021 ਤੱਕ ਅਜਿਹੇ ਕਈ ਮਾਮਲੇ ਸਾਹਮਣੇ ਆਏ, ਜਿਸ ਦੀ ਜਾਂਚ ਤੋਂ ਬਾਅਦ ਪੁਲਿਸ ਨੇ ਸ਼ਨੀਵਾਰ 11 ਦਸੰਬਰ 2021 ਨੂੰ ਬਰੈਂਪਟਨ ਦੇ ਹੀ ਰਹਿਣ ਵਾਲੇ 32 ਸਾਲਾ ਕਾਰਤਿਕ ਤੁਗਨੈਤ ਨਾਮਕ ਵਿਅਕਤੀ ਦੇ ਉੱਤੇ ਮਾਮਲਾ ਦਰਜ ਕੀਤਾ ਹੈ, ਜਿਸ ਨੂੰ ਕਿ ਕੁਝ ਸ਼ਰਤਾਂ ਦੇ ਉੱਤੇ ਪੁਲਿਸ ਨੇ ਛੱਡ ਤਾਂ ਦਿੱਤਾ, ਪਰ ਉਸ ਦੇ ਉੱਤੇ ਜਿਵੇਂ ਕਿ ਮਾਮਲਾ ਦਰਜ ਹੋ ਗਿਆ ਹੈ ਤਾਂ ਓਨਟਾਰੀਓ ਕੋਰਟ ਆਫ ਜਸਟਿਸ ਦੇ ਵਿੱਚ ਬਰੈਂਪਟਨ ਦੇ ਅੰਦਰ ਫਰਵਰੀ 17, 2022 ਨੂੰ ਕਾਰਤਿਕ ਤੁਗਨੈਤ ਦੀ ਪੇਸ਼ੀ ਹੋਣੀ ਹੈ, ਜਿਸ ਦੇ ਬਾਰੇ ਪੁਲਿਸ ਨੇ ਕਿਹਾ ਹੈ ਕਿ ਹੋਰ ਕੋਈ ਜਾਣਕਾਰੀ ਹੋਵੇ ਜੇ ਕਿਸੇ ਨੂੰ ਤਾਂ ਉਹਨਾਂ ਦੇ ਨਾਲ ਸੰਪਰਕ ਕੀਤਾ ਜਾ ਸਕਦਾ ਹੈ। ਪੀਲ ਪੁਲਿਸ ਨਾਲ 905 453 2121 ਦੇ ਉੱਤੇ ਸੰਪਰਕ ਕੀਤਾ ਜਾ ਸਕਦਾ ਹੈ, ਜਿਸ ਦੇ ਲਈ ਐਕਸਟੈਂਸ਼ਨ 2133 ਦੀ ਵਰਤੋਂ ਕੀਤੀ ਜਾ ਸਕਦੀ ਹੈ। ਇੱਥੇ ਜ਼ਿਕਰਯੋਗ ਹੈ ਜੋ ਨਸਲੀ ਟਿੱਪਣੀਆਂ ਕੀਤੀਆਂ ਗਈਆਂ ਉਸ ਦੇ ਵਿੱਚ ਖਾਲਸਾ ਦਾ ਵੀ ਜ਼ਿਕਰ ਕੀਤਾ ਗਿਆ ਤੇ ਕਾਫੀ ਕੁਝ ਲਿਖਿਆ ਗਿਆ। ਅੱਗੇ ਤੁਹਾਨੂੰ ਜਾਣਕਾਰੀ ਦੇਵਾਂਗੇ, ਬ੍ਰਿਟਿਸ਼ ਕੋਲੰਬੀਆ ਸਰਕਾਰ ਨੇ ਕੋਵਿਡ-19 ਦੇ ਤਾਜ਼ਾ ਹਾਲਾਤ ਦੇ ਬਾਰੇ ਜੋ ਦੱਸਿਆ। ਮੰਗਲਵਾਰ 14 ਦਸੰਬਰ 2021 ਨੂੰ ਜੋ ਅੰਕੜੇ ਜਾਰੀ ਕੀਤੇ ਗਏ ਉਸ ਦੇ ਵਿੱਚ ਇਹ ਵੀ ਕਿਹਾ ਗਿਆ ਕਿ ਸੂਬੇ ਦੇ ਵਿੱਚ 5 ਸਾਲ ਤੇ ਇਸ ਤੋਂ ਵੱਧ ਉਮਰ ਦੇ ਜਿੰਨੇ ਵੀ ਜਣੇ ਨੇ ਉਹਨਾਂ ਦੇ ਵਿੱਚ 86.6% ਨੇ ਕੋਵਿਡ-19 ਦੇ ਟੀਕੇ ਦੀ ਪਹਿਲੀ ਡੋਜ਼ ਲਗਵਾ ਲਈ ਹੈ ਤੇ 82.4% ਨੇ ਦੋਵੇਂ ਡੋਜ਼ਿਸ ਲਗਵਾ ਲਈਆਂ ਨੇ।
ਜਿਸ ਦੇ ਬਾਰੇ ਦੱਸਿਆ ਗਿਆ ਹੈ, ਜਿਸ ਦੇ ਵਿੱਚ ਕਿਹਾ ਗਿਆ ਹੈ ਕਿ ਸੂਬੇ ਦੇ 12 ਸਾਲ ਤੇ ਇਸ ਤੋਂ ਵੱਧ ਉਮਰ ਦੇ ਯੋਗ ਲੋਕਾਂ ਵਿੱਚੋਂ 91.5% ਲੋਕਾਂ ਨੇ ਕੋਵਿਡ-19 ਟੀਕੇ ਦੀ ਆਪਣੀ ਪਹਿਲੀ ਡੋਜ਼ ਲਗਵਾ ਲਈ ਹੈ ਤੇ 88.6 ਲੋਕਾਂ ਦੇ ਵੱਲੋਂ ਦੂਜੀ ਡੋਜ਼ ਲਗਵਾ ਲਈ ਗਈ ਹੈ ਤੇ 13% ਨੇ ਆਪਣੀ ਤੀਜੀ ਡੋਜ਼ ਵੀ ਲਗਵਾ ਲਈ ਹੈ। ਇਸ ਤੋਂ ਇਲਾਵਾ ਸੂਬੇ ਦੇ ਵਿੱਚ ਜਿੰਨੇ ਵੀ ਬਾਲਗ ਨੇ ਯਾਨੀ ਕਿ ਐਡਲਟ ਨੇ ਉਹਨਾਂ ਦੇ ਵਿੱਚੋਂ 91.9% ਨੇ ਪਹਿਲੀ ਡੋਜ਼ ਲਗਵਾ ਲਈ ਹੈ ਤੇ ਇਸ ਦੇ ਨਾਲ ਹੀ 99.1% ਫੁੱਲੀ ਵੈਕਸੀਨੇਟਡ ਹੋ ਚੁੱਕੇ ਨੇ। ਜਿਸ ਦੇ ਵਿੱਚੋਂ ਤਾਜ਼ਾ ਅੰਕੜੇ ਦੱਸੇ ਗਏ ਨੇ ਉਸ ਦੇ ਵਿੱਚ ਕਿਹਾ ਗਿਆ ਕਿ ਕੋਵਿਡ-19 ਦੇ ਇਸ ਸਮੇਂ ਸੂਬੇ ਵਿੱਚ 3171 ਐਕਟਿਵ ਮਾਮਲੇ ਨੇ, 191 ਵਿਅਕਤੀ ਕੋਵਿਡ-19 ਦੇ ਕਰਕੇ ਹਸਪਤਾਲ ਦੇ ਵਿੱਚ ਭਰਤੀ ਨੇ ਤੇ ਨਾਲ ਹੀ 81 ਵਿਅਕਤੀ ICU ਦੇ ਵਿੱਚ ਨੇ। Today we'll be sharing the latest on our COVID-19 public health response and our December epidemiology and modelling update. Before I share the modelling information, I did want to pause and acknowledge the fact that we have lost a record number of our community members to the toxic drug crisis here in BC in the month of October. Like those who have died as a result of COVID, these are our uncles, brothers, family members, friends and colleagues, and we mourn with all of our families the loss of our community members. And I commit to continuing the efforts that we have been making too slowly, unfortunately, for so many since the toxic drug crisis started a number of years ago. And back to COVID-19, we are in a place right now where there's still a degree of uncertainty, as we talked about yesterday. So it is, or last week. So it is important and timely for us to go through where we are with our pandemic here in British Columbia. To start with, this is the geographic distribution of COVID-19 by local health area with the week of November 28th to December 4th. As you can see, we continue to have high rates of transmission in some communities around the province, but we have also seen dramatic decreases in communities where vaccination rates in particular have gone up. So we still have challenges in areas in the north, particularly in the Peace region. We have seen cases come down in Fort Nelson, and that's great to see, as well as in areas around Golden and in the interior. This is the cumulative case rate over the since the start of the pandemic, and we can see that there are no parts of the province that have escaped this virus, and that is what we are seeing now, that the virus is in our community and that we are learning the important things that we can do to protect ourselves from illness, protect ourselves from transmission, and particularly to protect ourselves and our communities from severe illness and hospitalization.